ਵਾਹਿਗੁਰੂ ਸਾਹਿਬ ਜੀ। 12 ਮਾਹ ਮਾਂਝ ਮਹੱਲਾ ਪੰਜਵਾਂ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲਹੁ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਅਤੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕਰਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ 12 ਮਹੀਨਿਆਂ ਦੁਆਰਾ ਬਖਸ਼ਿਸ਼ ਕਰਨਾ ਕੀਤਾ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਚੇਤ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ। ਸੋ ਇਹ ਨਵਾਂ ਸਾਲ ਜਿਹੜਾ ਪੁਰਾਤਨ ਮਰਜ਼ਾਦਾ ਅਨੁਸਾਰ ਇਹ ਮਨਾਇਆ ਜਾਂਦਾ ਹੈ, ਕਿਉਂਕਿ ਸਾਧ ਸੰਗਤ ਜੀ ਪ੍ਰਕਿਰਤੀ ਨੂੰ ਵੇਖਿਆ ਜਾਵੇ ਤਾਂ ਉਹ ਚੇਤ ਦੇ ਮਹੀਨੇ ਦੇ ਵਿੱਚ ਨਵੇਂ ਪੱਤੇ, ਨਵੇਂ ਫੁੱਲ, ਨਵੇਂ ਫਲ, ਸੋ ਸਾਰੀ ਜਿਹੜੀ ਪ੍ਰਕਿਰਤੀ ਆ ਉਹਨੂੰ ਨਵਾਂ ਇੱਕ ਜੋਬਨ ਪ੍ਰਾਪਤ ਹੁੰਦਾ, ਇੱਕ ਨਵਾਂ ਜਨਮ ਪ੍ਰਾਪਤ ਹੁੰਦਾ ਹੈ। ਸੋ ਤਾਂ ਕਰਕੇ ਭਾਰਤ ਭੂਮੀ ਅੰਦਰ ਸੋ ਇਹ ਸਾਰੇ ਪਾਸੇ ਸਾਲ ਦੀ ਆਰੰਭਤਾ ਜਿਹੜੀ ਉਹ ਚੇਤਰ ਮਹੀਨੇ ਦੁਆਰਾ ਹੋਇਆ ਕਰਦੀ ਹੈ, ਕਿਉਂਕਿ ਇੱਥੋਂ ਇੱਕ ਸਾਰੇ ਸਾਲ ਦਾ ਜਿਹੜਾ ਸਰਕਲ ਚੱਲਦਾ ਹੈ, ਇੱਕ ਸਾਰੇ ਸਾਲ ਦਾ ਜੋ ਵੀ ਪ੍ਰਕਿਰਤੀ ਹੈ, ਕੁਦਰਤ ਹੈ, ਉਹ ਇਸ ਮਹੀਨੇ ਤੋਂ ਚੱਲਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕਰਨਾ ਕੀਤੀ ਹੈ। ਸਾਨੂੰ ਇਹ ਚੀਜ਼ਾਂ ਸਤਿਗੁਰੂ ਜੀ ਨੇ ਆਪ ਹੀ ਬਖਸ਼ਿਸ਼ ਕਰਨਾ ਕੀਤੀਆਂ ਕਿ ਮਹੀਨੇ, ਤਿੱਥਾਂ, ਵਾਰ, ਸੋ ਸਾਰੀਆਂ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ। ਕਿਤੇ ਸਤਿਗੁਰੂ ਜੀ ਨੇ ਸੋ ਤਿੱਥਾਂ ਦੁਆਰਾ ਸਾਨੂੰ ਉਪਦੇਸ਼ ਦਿੱਤਾ ਹੈ, ਕਿਤੇ ਮਹੀਨਿਆਂ ਦੁਆਰਾ, ਕਿਤੇ ਵਾਰਾਂ ਦੁਆਰਾ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜਿਹੜੇ ਸੰਮਤ ਵੀ ਵਰਤੇ ਹਨ ਗੁਰਬਾਣੀ ਅੰਦਰ। ਆਵਣ 78 ਜਾਨ 97 ਹੋਰ ਵੀ ਉੱਠਸੀ ਮਰਦ ਕਾ ਚੇਲਾ, ਉਹ ਵੀ ਸਤਿਗੁਰੂ ਜੀ ਨੇ ਇਹ ਪੁਰਾਤਨ ਹੀ ਵਰਤਿਆ, ਸੰਮਤ ਜਿਹੜਾ ਹੈ ਉਹਨੂੰ ਹੀ ਵਰਤਿਆ। ਸੋ ਅੱਜ ਕੱਲ੍ਹ ਆਪਾਂ ਜਿਸ ਤਰ੍ਹਾਂ ਵੇਖਦੇ ਹਾਂ ਕਿ ਕਈ ਤਰ੍ਹਾਂ ਦੇ ਨਾਲ ਵਾਦ ਵਿਵਾਦ ਚੱਲਦੇ ਨੇ, ਪਰ ਅਸੀਂ ਸਤਿਗੁਰੂ ਜੀ ਦੁਆਰਾ ਬਖਸ਼ਿਸ਼ ਕੀਤੇ ਹੋਏ ਸੋ ਉਸ ਪਾਵਨ ਪਵਿੱਤਰ ਪੁਰਾਤਨ ਮਰਜ਼ਾਦਾ ਨੂੰ ਹੀ ਅਸੀਂ ਸਤਿਗੁਰੂ ਜੀ ਨੂੰ ਫੋਲੋ ਕਰਨਾ, ਕਿਸੇ ਬੰਦੇ ਨੂੰ ਫੋਲੋ ਨਹੀਂ ਕਰਨਾ। ਕਿਉਂਕਿ ਜੇ ਵੇਖਿਆ ਜਾਵੇ ਤਾਂ ਸੋਮਵਾਰ, ਐਤਵਾਰ ਕਿਹਾ ਜਾਂਦਾ ਗੁਰਬਾਣੀ ਅੰਦਰ। ਐਤਵਾਰ ਤੋਂ ਦਿਨ ਸ਼ੁਰੂ ਹੁੰਦਾ ਹੈ ਆਰੰਭ। ਸੋ ਆਦਿਤ ਨਾਮ ਸਾਧ ਸੰਗਤ ਜੀ ਸੋ ਐਤਵਾਰ ਦਾ ਸੂਰਜ ਦਾ ਹੀ ਮੰਨਿਆ ਜਾਂਦਾ ਹੈ। ਅਤੇ ਐਤਵਾਰ ਆਪਾਂ ਪੰਜਾਬੀ ਦੇ ਵਿੱਚ ਐਤਵਾਰ ਕਹਿ ਦਿੰਦੇ ਹਾਂ, ਹਿੰਦੀ ਦੇ ਵਿੱਚ, ਸੰਸਕ੍ਰਿਤ ਦੇ ਵਿੱਚ ਆਦਿਤ ਕਹਿ ਦਿੱਤਾ ਜਾਂਦਾ ਹੈ। ਸੋ ਨਾਮ ਹੈ ਸੂਰਜ ਦਾ ਵਾਰ ਹੈ, ਅਤੇ ਇੰਗਲਿਸ਼ ਦੇ ਵਿੱਚ ਉਸੇ ਨੂੰ ਹੀ ਸਨ ਡੇ ਕਹਿ ਦਿੱਤਾ ਜਾਂਦਾ। ਸਨ ਭਾਵ ਕਿ ਸੂਰਜ, ਉਹਦਾ ਦਿਨ ਬਣਾ ਦਿੱਤਾ ਗਿਆ ਹੈ। ਸੋ ਇਸੇ ਤਰ੍ਹਾਂ ਆਪਾਂ ਵੇਖਦੇ ਹਾਂ ਸੋਮਵਾਰ, ਸੋਮ ਨਾਮ ਹੈ ਸਾਧ ਸੰਗਤ ਜੀ ਚੰਦਰਮਾ ਦਾ। ਸੋ ਚੰਦਰਮਾ ਤੋਂ ਜਿਹੜਾ ਹੈ ਇੱਕ ਵਾਰ ਬਣਾਇਆ ਗਿਆ ਸੋਮਵਾਰ, ਜਿਹਨੂੰ ਆਪਾਂ ਕਹਿੰਦੇ ਹਾਂ। ਇੰਗਲਿਸ਼ ਦੇ ਵਿੱਚ ਕੀ ਹੈ, ਉਹ ਮੰਡੇ ਆਪਾਂ ਕਹਿ ਦਿੰਦੇ ਹਾਂ ਮੂਨ ਡੇ, ਭਾਵ ਕਿ ਮੂਨ ਤੋਂ ਨਿੱਕਾ ਕਰਕੇ ਉਹਨਾਂ ਮੂਨ ਡੇ ਤੋਂ ਮੂਨ ਡੇ, ਇਸ ਤਰ੍ਹਾਂ ਮੰਡੇ ਬਣਾ ਦਿੱਤਾ ਗਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਉਹੋ ਹੀ ਸਾਰਾ ਕੁਝ ਜਿਹੜਾ ਹੈ ਰਲਿਆ ਹੋਇਆ। ਜੇ ਆਪਾਂ ਕਹਿ ਰਹੀਏ ਕਿ ਹਾਂ ਅਸੀਂ ਉਸ ਚੀਜ਼ ਨੂੰ ਨਹੀਂ ਮੰਨਦੇ, ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਸਾਡਾ ਸਾਧ ਸੰਗਤ ਜੀ ਵਰਤਿਆ ਹੈ, ਸੋ ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਦਿੱਤਾ। ਤਿੱਥਾਂ ਦੁਆਰਾ, ਵਾਰਾਂ ਦੁਆਰਾ, ਮਹੀਨਿਆਂ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਕਰਨਾ ਕੀਤਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਸੋ ਉੱਥੇ ਇੱਕ ਪੰਡਤ ਆਣ ਕਰਕੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਵਸ ਗਿਆ ਸੀ। ਸੋ ਜਿਹਨੇ ਆਣ ਕਰਕੇ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਪੜ੍ਹਾਈ ਬੜੀ ਕੀਤੀ ਹੈ,
मैं बड़े ग्रंथ पढ़े ने, मैं बड़ा कुछ पढ़िया, पर मेरी कोई कथा वार्ता कोई सुनता नहीं, मैनू कोई सुनता नहीं। तो आप जी कृपा करो, बख्शिश करो, मैनू कोई किसी तरह के नाल रोज़गार की बख्शिश करो, सो मेरा भी किसी तरह के नाल गुजारा चल जाए। तो महाराज सच्चे पातशाह जी ने ओदी अधीनता नूं वेखदिआं होइआं, ओदी विद्वता नूं वेखदिआं होइआं क्या सी कि भाई तूं संगरांद वाले दिन आण करके सो गुरु कीਆਂ संगतां नूं महीने का फलादेश सुणा दिया कर, क्योंकि सारियां संगतां दे विच पुरातन समय तो लै करके ये मन दे विच बैठा होया कि जे कोई वड्डे पुरुष तो, जे किसी बख्शिश वाले तो, किसी वड्डे पुरुष तो असीं महीने का फलादेश सुणीए तो साडा जिहड़ा महीना है वो बड़ा सुखां नाल बतीत हुंदा है। सो वो बड़ा चिर इस प्रकार दे नाल सतगुरु जी के दरबार अंदर आण करके ये सुणाउंदा रहा। सो एक दिन बाबा जी ने चेत दी संगरांद सी, बाबा बुढ़ा साहब जी ने वेख्या कि वो पंडित नहीं अजे तक आया सुणाउण वास्ते महीने का फलादेश। तो बाबा बुढ़ा साहब जी ने सिख नूं भेजिया, तो वो पंडित साध संगत जदों माया जिहड़ी है, ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਉਦੋਂ ਸਾਡੀ ਬਿਰਤੀ ਕੁਝ ਹੋਰ ਹੁੰਦੀ, ਜੇ ਕੁਝ ਪ੍ਰਾਪਤ ਹੋ ਜਾਵੇ ਤਾਂ ਉਦੋਂ ਹੋਰ ਬਿਰਤੀ ਹੋ ਜਾਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਆਉਣ ਤੋਂ ਨਾ ਕਰ ਦਿੱਤੀ। ਕਹਿੰਦਾ ਗੁਰੂ ਤਾਂ ਤੁਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੰਨਦੇ ਜੇ, ਤੇ ਫਲਾਦੇਸ਼ ਮੇਰੇ ਕੋਲੋਂ ਸੁਣਨਾ ਚਾਹੁੰਦੇ ਜੇ, ਕਿਉਂਕਿ ਬਾਹਮਣ ਨੂੰ ਬੜਾ ਗੁਮਾਨ ਹੈ। ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ। अर्ध उर्ज क्या पचमुआ चारों वेदों माहे। कहते भाई ये भगतां दा गुरु नहीं है, चारे युगां दा गुरु तो बनया होया पंडित सो बामण। सो जदों उन्हें ना कर दी, बाबा बुढ़ा साहब जी नूं आण करके गुरु के सिख ने दसिया, बाबा बुढ़ा साहब जी आप गए जा करके पंडित नूं बेनती की कि पंडित जी आओ संगतां उड़ीक रहीआं है। सो उन्हें अग्गों बड़े कठोर वचन करने शुरू कर दिते कि नहीं मैं नहीं आउंदा, ਤੁਸੀਂ ਜਿਨ੍ਹਾਂ ਨੂੰ ਗੁਰੂ ਮੰਨਦੇ ਉਹਨਾਂ ਕੋਲੋਂ ਹੀ ਫਲਾਦੇਸ਼ ਸੁਣੋ। ਬਾਬਾ ਬੁੱਢਾ ਸਾਹਿਬ ਜੀ ਵਾਪਸ ਆਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਦੀਵਾਨ, ਜਿੱਥੇ ਅੱਜ ਗੁਰਦੁਆਰਾ ਮੰਜੀ ਸਾਹਿਬ ਹੈ, ਇੱਕ ਤਾਂ ਮੰਜੀ ਸਾਹਿਬ ਦੀਵਾਨ ਹਾਲ ਹੈ, ਇੱਕ ਉਹਦੇ ਲਾਗੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ, ਸੰਖ ਮਰਮਰ ਦਾ ਬਣਿਆ ਹੋਇਆ, ਛੋਟਾ ਜਿਹਾ ਮੰਜੀ ਸਾਹਿਬ ਵੀ ਬਣਿਆ ਹੋਇਆ, ਪਾਲਕੀ ਸਾਹਿਬ ਬਣੀ ਹੋਈ ਹੈ। ਉੱਥੇ ਵੀ ਕਿਸੇ ਸਮੇਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਕਰਦਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਜਿੱਥੇ ਆਪਾਂ ਅੱਗੇ ਥੜਾ ਸਾਹਿਬ 68 ਤੀਰਥ ਦੇ ਦਰਸ਼ਨ ਕਰਦੇ, ਉੱਥੇ ਵੀ ਪ੍ਰਕਾਸ਼ ਹੋਇਆ ਕਰਦਾ ਸੀ। ਸੋ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਦੀਵਾਨ ਵਿੱਚ ਖੜੇ ਹੋ ਕਰਕੇ ਬੇਨਤੀ ਕਰਨਾ ਕੀਤੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਖੜੇ ਹੋਏ, ਸਤਿਗੁਰੂ ਜੀ ਨੇ ਪੁੱਛਿਆ ਕਿ ਭਾਈ ਬੁੱਢਾ ਸਾਹਿਬ ਜੀ ਆਪ ਜੀ ਖੜੇ ਹੋਏ ਹੋ, ਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਸਰਬੱਤ ਸੰਗਤਾਂ ਵੱਲੋਂ। ਤੇ ਸਤਿਗੁਰੂ ਜੀ ਕਹਿੰਦੇ ਦੱਸੋ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਵਿੱਚ ਇਹ ਧਰਮ ਚਲਾਉਣਾ ਕੀਤਾ ਹੈ, ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਧਰਮ ਚਲਾਉਣਾ ਕੀਤਾ ਹੈ। ਤੇ ਸਤਿਗੁਰੂ ਜੀ ਨੇ ਸਾਰਾ ਕੁਝ ਸਿੱਖਾਂ ਨੂੰ ਬਖਸ਼ਿਸ਼ ਕਰਨਾ ਕੀਤਾ ਹੈ। ਸੋ ਬਾਣੀ ਵੀ ਬਖਸ਼ਿਸ਼ ਕਰਨਾ ਕੀਤੀ ਹੈ। ਸੋ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਲਾਵਾਂ ਉਚਾਰਨ ਕਰ ਦਿੱਤੀਆਂ ਕਿ ਭਾਈ ਇਸ ਤਰ੍ਹਾਂ ਦੇ ਨਾਲ ਤੁਸੀਂ ਇਹ ਲਾਵਾਂ ਕਰਨੀਆਂ, ਹੁਣ ਵਿਆਹ ਸ਼ਾਦੀ ਕਰਨੇ, ਹੁਣ ਇਹ ਬਾਣੀ ਪੜ੍ਹ ਲਿਆ ਕਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ। ਪੰਡਿਤ ਕੋਲੋਂ ਫਲਾਦੇਸ਼ ਮਹੀਨੇ ਦਾ ਸੁਣਿਆ ਕਰਦੇ ਸਾਂ, ਪੰਡਿਤ ਨੇ ਨਾ ਕਰ ਦਿੱਤੀ ਹੈ ਆਉਣ ਤੋਂ। ਤੇ ਆਪ ਜੀ ਮੁਹਤਾਜ ਕਿਉਂ ਰੱਖਦੇ ਹੋ ਕਿਸੇ ਦੇ ਤਾਈਂ ਸਿੱਖਾਂ ਨੂੰ? ਆਪ ਜੀ ਕਿਰਪਾ ਕਰੋ, ਆਪ ਹੀ ਫਲਾਦੇਸ਼ ਜਿਹੜਾ ਫਲਾਦੇਸ਼ ਰੂਪ ਬਾਣੀ ਦਾ ਆਪ ਹੀ ਬਾਣੀ ਕਿਰਪਾ ਕਰਕੇ ਉਚਾਰੋ, ਜਿਹਦੇ ਵਿੱਚ ਮਹੀਨਿਆਂ ਦੁਆਰਾ ਉਪਦੇਸ਼ ਦੇ ਕਰਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨਾ ਕਰੋ। ਤੇ ਅਸੀਂ ਪੰਡਿਤ ਦੇ ਮੁਹਤਾਜ ਨਾ ਰਹੀਏ ਕਿ ਉਹ ਆਣ ਕਰਕੇ ਸਾਨੂੰ ਫਲਾਦੇਸ਼ ਸੁਣਾਵੇ। ਤਾਂ ਸਤਿਗੁਰੂ ਜੀ ਨੇ ਕਿਹਾ ਸੀ, ਭਾਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ 12ਵਾਂ ਬਾਣੀ ਉਚਾਰਨ ਕੀਤੀ ਹੈ, ਉਹਦਾ ਪਾਠ ਕਰ ਲਿਆ ਕਰੋ, ਉਹਦੇ ਵਿੱਚੋਂ ਉਪਦੇਸ਼ ਪ੍ਰਾਪਤ ਕਰੋ। ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਪਤ ਅਲੰਕਾਰ ਬਹੁਤ ਵਰਤੇ ਹਨ, ਜਿਹਦਾ ਕਥਾ ਕਰਨ ਤੋਂ ਤਾਂ ਸਮਝ ਪੈਂਦੀ ਹੈ ਵਿਦਵਾਨਾਂ ਨੂੰ
ਪਰ ਜੇ ਆਮ ਪ੍ਰਾਣੀ ਪਾਠ ਕਰੇ ਤਾਂ ਉਹਨੂੰ ਕੋਈ ਉਹਦੇ ਵਿੱਚੋਂ ਸਮਝ ਨਹੀਂ ਪੈਂਦੀ ਜ਼ਿਆਦਾ। ਸਤਿਗੁਰੂ ਜੀ ਦੇ ਉੱਚੇ ਬਚਨ ਹਨ, ਡੂੰਘੇ ਬਚਨ ਹਨ। ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਸੁਖੈਨ ਬਾਣੀ ਦੇ ਵਿੱਚ, ਸੁਖੈਨ ਭਾਸ਼ਾ ਦੇ ਵਿੱਚ, ਆਮ ਬੋਲੀ ਦੇ ਵਿੱਚ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਸਾਨੂੰ ਇਹ ਪਾਵਨ ਪਵਿੱਤਰ ਗੁਰਬਾਣੀ ਉਚਾਰਨ ਕਰੋ। ਤਾਂ ਉਸ ਸਮੇਂ ਸਾਧ ਸੰਗਤ ਜੀ ਕੁਦਰਤੀ ਨੇਤ ਅਨੁਸਾਰ ਮਾਝ ਰਾਗ ਦੇ ਵਿੱਚ ਹੀ ਸਤਿਗੁਰੂ ਜੀ ਬਾਣੀ ਉਚਾਰਨ ਕਰ ਰਹੇ ਸਨ, ਲਿਖਵਾ ਰਹੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਸਮੇਂ 'ਤੇ ਮਾਝ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਉਸ ਮੰਜੀ ਸਾਹਿਬ ਅਸਥਾਨ 'ਤੇ ਬੈਠ ਕਰਕੇ ਸੁਚੇਤ ਮਹੀਨੇ ਦੀ ਸੰਗਰਾਂਦ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਇਹ ਪਾਵਨ ਪਵਿੱਤਰ ਗੁਰਬਾਣੀ ਉਚਾਰਨ ਕਰਨਾ ਕੀਤੀ ਹੈ ਸਿੱਖਾਂ ਦੇ ਕਲਿਆਣ ਵਾਸਤੇ। ਸੋ ਇਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਲੰਕਾਰ ਬਣਾ ਕਰਕੇ ਸਾਨੂੰ ਬਖਸ਼ਿਸ਼ ਕਰਨਾ ਕੀਤੀ ਹੈ। ਅਤੇ ਮੁੱਖ ਕੀ ਰੱਖਿਆ ਉਹਦੇ ਵਿੱਚੋਂ, ਮਾਹ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਕਿ ਦਰਸ਼ਨਾਂ ਦੀ ਤਾਂਘ ਹੈ ਸਾਨੂੰ, ਦਰਸ਼ਨਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਵੇਂ ਕਿਵੇਂ ਅਵਸਥਾਵਾਂ ਬਣਦੀਆਂ, ਕਿਵੇਂ ਕਿਵੇਂ ਇਹ ਸਿੱਖ ਨੇ ਬੇਨਤੀਆਂ ਕਰਨੀਆਂ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ। ਉਹਦੇ ਵਿੱਚੋਂ ਇਹ 14 ਪੌੜੀਆਂ ਨੇ। ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੇਨਤੀ ਰੂਪ ਦੇ ਵਿੱਚ, ਬੰਦਨਾ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨ ਕਰਨਾ ਕੀਤਾ ਹੈ। ਅਤੇ ਅਖੀਰਲੀ ਪੌੜੀ ਦੇ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਤਾਤਪਰਜ ਰੂਪ ਦੇ ਵਿੱਚ, ਫਲ ਦੇ ਰੂਪ ਦੇ ਵਿੱਚ ਉਚਾਰਨ ਕਰਨਾ ਕੀਤਾ ਹੈ ਕਿ ਭਾਈ ਜਿਹੜਾ ਇਸ ਬਾਣੀ ਨਾਲ ਜੁੜੇਗਾ, ਬਾਣੀ ਵਿੱਚ ਬਖਸ਼ਿਸ਼ ਕੀਤੇ ਹੋਏ ਗਿਆਨ ਦੁਆਰਾ ਚੱਲੇਗਾ, ਉਹਨੂੰ ਇਹ ਚੀਜ਼ਾਂ ਪ੍ਰਾਪਤ ਹੋਣਗੀਆਂ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਰ ਸਰੇ, ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ, ਦਰਗਾਹ ਦੇ ਵਿੱਚ ਖਰੇ ਉਤਰਨਗੇ ਉਹ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪ੍ਰਕਾਰ ਦੇ ਨਾਲ ਸੋ ਇਹ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਸੋ ਕਿਵੇਂ ਉਪਦੇਸ਼ ਕਰਦੇ ਆ, ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਹੋਇਆਂ ਆਪਾਂ ਇਹ ਪਾਵਨ ਪਵਿੱਤਰ ਗੁਰਬਾਣੀ ਸੋ ਉਹਦੀ ਵਿਚਾਰ ਸਰਵਣ ਕਰਨਾ ਕਰੀਏ, ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਵੱਡਿਆਂ ਨੇ ਕੀਤੀ ਹੈ। ਸੋ ਉਹਨਾਂ ਦੀ ਹੀ ਸਾਧ ਸੰਗਤ ਜੀ ਇਹ ਕੀਤੇ ਹੋਏ ਜਿਹੜੇ ਬਚਨ ਨੇ ਉਹ ਹੀ ਆਪਾਂ ਸਾਂਝੇ ਕਰਨੇ, ਕੋਈ ਆਪਣੇ ਕੋਲੋਂ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ 12 ਮਹੀਨਿਆਂ ਦੁਆਰਾ ਕੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਕਰਦੇ ਆ। ਕਿਉਂਕਿ ਜਦੋਂ ਸਾਧ ਸੰਗਤ ਜੀ ਇਹ ਪਹਿਲੇ ਮਹੀਨੇ ਦੀ ਕਥਾ ਕੀਤੀ ਜਾਂਦੀ, ਉਦੋਂ ਫਿਰ ਉੱਪਰੋਂ ਸਾਰੇ ਪਹਿਲੇ ਸ਼ਬਦ ਦੀ ਵੀ ਕੀਤੀ ਜਾਂਦੀ। ਇਸ ਤਰ੍ਹਾਂ ਜਦੋਂ 12ਵੇਂ ਮਹੀਨੇ ਦੀ ਕਥਾ ਹੁੰਦੀ, ਉਹਦੇ ਨਾਲ ਅਖੀਰਲੇ ਸ਼ਬਦ ਦੀ ਕਥਾ ਹੁੰਦੀ ਹੈ। ਸੋ 2 ਪੌੜੀਆਂ ਦੀ ਕਥਾ ਅੱਜ ਹੋਏਗੀ। ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗੱਜ ਕੇ ਆਖੋ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 12 ਮਾਹ ਮਾਝ ਮਹੱਲਾ ਪੰਜਵਾ, ਘਰ ਚੌਥਾ। 12 ਮਾਹ, 12 ਭਾਵ ਕਿ ਜਿਹੜੇ 12 ਮਾਹ ਕਹੀਏ ਮਹੀਨੇ। ਸੋ 12 ਮਾਹ ਜਿਹਦੇ ਬਾਣੀ ਦਾ ਨਾਮ ਹੈ, ਜਿਹਦੇ ਵਿੱਚ ਸਤਿਗੁਰੂ ਜੀ 12 ਮਹੀਨਿਆਂ ਦੁਆਰਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਆ। ਮਾਝ ਰਾਗ, ਇਹ ਮਾਝ ਰਾਗ ਨੂੰ ਮਾਝੇ ਦਾ ਰਾਗ ਵੀ ਕਿਹਾ ਜਾਂਦਾ। ਬੜਾ ਸਿੰਪਲ ਰਾਗ ਹੈ, ਬੜੀ ਸੌਖੀ ਇਹਦੇ ਵਿੱਚ ਬਾਣੀ ਹੈ। ਜਿਹਨੇ ਪਹਿਲਾਂ ਬਾਣੀ ਪੜ੍ਹਨੀ ਸਿੱਖਣੀ ਹੋਵੇ ਨਾ, ਉਹ ਮਾਝ ਰਾਗ ਦੇ ਵਿੱਚੋਂ ਬਾਣੀ ਜਦੋਂ ਪੜ੍ਹਨ ਲੱਗਦਾ ਫਿਰ ਉਹਦੇ ਵਿੱਚ ਕੌਨਫੀਡੈਂਸ ਆ ਜਾਂਦਾ, ਫਿਰ ਉਹਨੂੰ ਪਤਾ ਲੱਗ ਜਾਂਦਾ ਬੜੀ ਸੌਖੀ ਬਾਣੀ ਹੈ ਇਹਦੇ ਵਿੱਚ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਝ ਰਾਗ ਦੇ ਵਿੱਚ ਬਾਣੀ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਘਰ ਚੌਥਾ, ਚੌਥੇ ਘਰ ਸੁਰ ਤਾਲ ਦੇ ਵਿੱਚ ਬਾਣੀ ਉਚਾਰਨ ਕਰਦੇ ਆ। ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਭਨਾਂ ਦਾ ਪ੍ਰਕਾਸ਼ਕ ਸਤ ਚਿਤ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਪ੍ਰਾਪਤ ਹੁੰਦਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਿਰਪਾ ਰਹਿਮਤ ਕਰਦੇ ਆ। ਕਿਉਂਕਿ ਭਾਰਤ ਭੂਮੀ ਅੰਦਰ ਸਾਧ ਸੰਗਤ ਜੀ 3 ਸਟੇਜਾਂ ਮੰਨੀਆਂ ਜਾਂਦੀਆਂ ਸਨ। ਸੋ ਕਰਮ, ਉਪਾਸਨਾ ਤੇ ਗਿਆਨ। ਸੋ ਕਰਮ ਜਿਹੜਾ ਕਰਨਾ, ਇਹਨੂੰ ਪਹਿਲੀ ਅਵਸਥਾ ਮੰਨਿਆ ਜਾਂਦਾ ਸੀ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਦੇ ਆ। ਬੇਨਤੀਆਂ ਰੂਪ ਦੇ ਵਿੱਚ ਸਾਨੂੰ ਦੱਸਦੇ ਆ ਕਿ ਕਿਵੇਂ ਬੇਨਤੀ ਕਰਨੀ ਪਰਮੇਸ਼ਰ ਦੇ, ਕਿਉਂਕਿ ਕਈ ਵਾਰ ਅਸੀਂ ਬੇਨਤੀ ਕਰਦੇ ਆ ਤੇ ਉਹਦੇ ਵਿੱਚ ਵੀ ਅਸੀਂ ਪਰਮੇਸ਼ਰ ਤੇ ਦੋਸ਼ ਲਾ ਦਿੰਦੇ ਆ। ਕਿਸ ਤਰ੍ਹਾਂ ਕਈ ਵਾਰ ਅਸੀਂ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਨਾਰਾਜ਼ਗੀ ਹੋ ਗਈ ਆ, ਜਾਂ ਗੁਰੂ ਸਾਹਿਬ ਜੀ ਗੁੱਸੇ ਹੋ ਗਏ। ਨਹੀਂ ਭਾਈ, ਇਸ ਤਰ੍ਹਾਂ ਜੇ ਆਪਾਂ ਕਵਾਂਗੇ ਤਾਂ ਆਪਾਂ ਗੁਰੂ ਤੇ ਦੋਸ਼ ਦੇ ਰਿਹਾ ਵੀ ਗੁੱਸੇ ਕੌਣ ਹੋਏਗਾ? ਵੀ ਉਹ ਕੋਈ ਕਰੋਧੀ ਹੈ, ਜਿਹੜਾ ਕਰੋਧੀ ਉਹੀ ਗੁੱਸੇ ਹੋਏਗਾ ਨਾ। ਤੇ ਮਹਾਰਾਜ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ ਮੋਰਾ। ਸੋ ਇਸ ਕਰਕੇ ਇਹ ਨਹੀਂ ਕਦੀ ਵੀ ਬੇਨਤੀ ਕਰਨੀ ਕਿ ਮਹਾਰਾਜ ਗੁੱਸੇ ਹੋ ਗਏ, ਜਾਂ ਇਹ ਨਹੀਂ ਬਚਨ ਕਰਨੇ ਮਹਾਂਪੁਰਸ਼ਾਂ ਨੂੰ ਨਹੀਂ ਕਿਸੇ ਨੂੰ ਕਰਨੇ ਵੀ ਹਾਂ ਇਹ ਗੁੱਸੇ ਹੋ ਗਏ ਨੇ ਜਾਂ ਨਾਰਾਜ਼ ਹੋ ਗਏ ਨਾ। ਨਹੀਂ, ਉਹ ਤਾਂ ਕਿਰਪਾ ਹੀ ਕਰਦੇ ਆ। ਸਾਡੇ ਵੱਲੋਂ ਹੀ ਕੋਈ ਢਿੱਲ ਮੱਠ ਹੁੰਦੀ ਜਿਹਦਾ ਕਰਕੇ ਹੁਣ ਕੋਈ ਸੂਰਜ ਨੂੰ ਕਵੇ ਵੀ ਹਾਂ ਸੂਰਜ ਜਿਹੜਾ ਹੈ ਮੇਰੇ ਵੱਲ ਨੂੰ ਮੇਰੇ ਤੇ ਨਾਰਾਜ਼ ਹੋ ਗਿਆ, ਤੇ ਆਪ ਹੀ ਬੰਦਾ ਪਿੱਠ ਕਰਕੇ ਉਹਦੇ ਵੱਲ ਨੂੰ ਖੜਾ ਹੋਵੇ, ਜਾਂ ਕਿਸੇ ਕੰਧ ਦੇ ਉਹਲੇ ਖੜਾ ਹੋਵੇ ਤੇ ਕਵੇ ਜੀ ਸੂਰਜ ਨਹੀਂ, ਸੂਰਜ ਨੂੰ ਕੋਈ ਦੋਸ਼ ਨਹੀਂ, ਆਪਣਾ ਦੋਸ਼ ਹੈ। ਸੋ ਇਸ ਕਰਕੇ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਕਿ ਭਾਈ ਜੇ ਬੇਨਤੀ ਕਰਨੀ ਕਿਵੇਂ ਕਰਨੀ। ਪਰਮੇਸ਼ਰ ਦੇ ਦਰ ਤੇ ਬੇਨਤੀ ਕਰ ਰਿਹਾ ਮਹਾਰਾਜ ਕਿਰਤ ਕਰਮ ਕੇ ਵਿਛੜੇ। ਮਹਾਰਾਜ ਅਸੀਂ ਆਪਣੇ ਕੀਤੇ ਹੋਏ ਮਾੜੇ ਕਰਮਾਂ ਦਾ ਕਰਕੇ ਵਿਛੜ ਗਏ ਆ ਆਪ ਜੀ ਤੋਂ। ਇਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ, ਸਾਡਾ ਹੀ ਦੋਸ਼ ਹੈ। ਦੱਦਾ ਦੋਸ ਨ ਦੇਵ ਕਿਸੇ, ਦੋਸ਼ ਕਰਮਾਂ ਆਪਣਿਆ। ਦੱਦਾ ਦੋਸ ਨ ਦੇਵ ਕਿਸੇ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜਾ ਅਵਰਜਨ। ਕਿਤੇ ਹੋਰ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਤੇ ਜਦੋਂ ਇਹ ਅਸੀਂ ਸਮਝ ਲਵਾਂਗੇ, ਮਨ ਦੇ ਵਿੱਚ ਹਿਰਦੇ ਅੰਦਰ ਸਮਝ ਲਾਂਗੇ ਹਾਂ ਵੀ ਮੈਂ ਕੀਤੇ ਆਪਣੇ ਮਾੜੇ ਕਰਮਾਂ ਕਰਕੇ ਵਿਛੜਿਆ, ਫਿਰ ਸਾਡੇ ਅੰਦਰੋਂ ਇੱਕ ਪਿਆਰ ਦੀ, ਪ੍ਰੇਮ ਦੀ ਹੂਕ ਨਿਕਲੇਗੀ, ਪ੍ਰੇਮ ਦੀ। ਸੋ ਸਾਧ ਸੰਗਤ ਦੀ ਬੇਨਤੀ ਨਿਕਲੇਗੀ ਕਿ ਮਹਾਰਾਜ ਕਿਰਪਾ ਕਰੋ ਹੁਣ, ਤੇ ਕਰ ਕਿਰਪਾ ਮੇਲੋ ਰਾਮ। ਮਹਾਰਾਜ ਕਹਿੰਦੇ ਹੁਣ ਕਿਰਪਾ ਕਰਕੇ ਮੇਲ ਲਓ ਵੀ ਜੇ ਅਸੀਂ ਕਰਮਾਂ ਕਰਕੇ, ਆਪਣੇ ਕੀਤੇ ਹੋਏ ਕਰਮਾਂ ਕਰਕੇ ਅਸੀਂ ਵਿਛੜ ਗਏ ਆ, ਪਰ ਅਸੀਂ ਹੁਣ ਕੀਤੇ ਕਰਮਾਂ ਕਰਕੇ ਵਿਛੜੇ ਤਾਂ ਹਾਂ, ਪਰ ਜੇ ਅਸੀਂ ਚਾਹੀਏ ਵੀ ਕਰਮਾਂ ਕਰਕੇ ਅਸੀਂ ਮਿਲ ਜਾਵਾਂਗੇ, ਮਿਲਿਆ ਨਹੀਂ ਜਾ ਸਕਦਾ। ਮਿਲਿਆ ਕਾਹਦੇ ਨਾਲ ਜਾਣਾ? ਕਹਿੰਦੇ ਕਰ ਕਿਰਪਾ ਮੇਲੋ ਰਾਮ। ਮਹਾਰਾਜ ਤੁਹਾਡੀ ਬਖਸ਼ਿਸ਼ ਨਾਲ ਹੀ ਮਿਲਿਆ ਜਾ ਸਕਦਾ ਹੈ। ਕਿਉਂਕਿ ਆਪਾਂ ਦੁਨਿਆਵੀ ਤੌਰ ਤੇ ਵੇਖਦੇ, ਕਹਿੰਦੇ ਜੀ ਟੈਸਟ ਰੱਖਿਆ ਹੋਇਆ ਹੈ। ਉਹ ਟੈਸਟ ਜਿਹੜਾ ਰੱਖਦੇ ਨੇ ਉਹਦੇ ਵਿੱਚ ਇੱਕ ਐਲੀਜੀਬਿਲਟੀ ਬਣਦੇ, ਸਾਰੇ ਹਜ਼ਾਰਾਂ ਬੰਦਿਆਂ ਦਾ ਟੈਸਟ ਹੋ ਜਾਂਦਾ ਹੈ। ਉਹ ਕਹਿੰਦੇ ਜੀ ਹਾਂ ਪਾਸ ਹੋ ਗਏ, ਫਿਰ ਜਾ ਕੇ ਇੰਟਰਵਿਊ ਹੁੰਦੀ ਹੈ। ਇੰਟਰਵਿਊ ਦੇ ਵਿੱਚ ਐਲੀਜੀਬਿਲਟੀ ਤਾਂ ਬਣ ਗਈ, ਟੈਸਟ ਨੂੰ ਤਾਂ ਪਾਸ ਕਰਕੇ ਉੱਥੇ ਚਲਾ ਗਿਆ, ਪਰ ਉਹ ਅੱਗੇ ਇੰਟਰਵਿਊ ਲੈਣ ਵਾਲੇ ਦੀ ਗੱਲ ਆ ਵੀ ਉਹਨੇ ਕਿਹਨੂੰ ਰੱਖਣਾ ਤੇ ਕਿਹਨੂੰ ਉਹਨੇ ਸਿਲੈਕਟ ਕਰਨਾ ਤੇ ਕਿਹਨੂੰ ਰਿਜੈਕਟ ਕਰਨਾ। ਕਰਮ ਤਾਂ ਅਸੀਂ ਚੰਗੇ ਕਰਨੇ ਹੀ ਹੈ ਵੀ ਇੱਕ ਟੈਸਟ ਪਾਸ ਕਰਨਾ, ਅੱਗੇ ਉਹਦੀ ਬਖਸ਼ਿਸ਼ ਹੋਏਗੀ, ਉਹਦੀ ਨਜ਼ਰ ਹੋਏਗੀ, ਫਿਰ ਸਿਲੈਕਸ਼ਨ ਹੋਣੀ ਆ। ਨਹੀਂ ਤਾਂ ਫਿਰ ਉਹ ਸਿਲੈਕਸ਼ਨ ਨਹੀਂ ਹੋਣੀ। ਕਿ ਇਕੱਲੇ ਕਰਮਾਂ ਕਰਕੇ ਵਿਛੜ ਤਾਂ ਗਏ ਆ, ਪਰ ਇਕੱਲੇ ਕਰਮਾਂ ਕਰਕੇ ਮੇਲ ਨਹੀਂ ਹੋ ਸਕਦਾ। ਮੇਲ ਕਾਹਦੇ ਨਾਲ ਹੋਣਾ? ਕਰ ਕਿਰਪਾ ਮੇਲ ਹੋ ਰਾਮ। ਮਾਰੇ ਕਿਰਪਾ ਕਰਕੇ ਵਾਹਿਗੁਰੂ ਜੀਓ ਅਸੀਂ ਆਪਣੇ ਕੀਤੇ ਕਰਮਾਂ ਕਰਕੇ ਵਿਛੜ ਗਏ ਆ ਆਪ ਜੀ ਤੋਂ, ਤੇ ਕਿਰਪਾ ਕਰਕੇ ਮੇਲ ਲੈਹੋ ਜੀ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਸੋ ਚਾਰ ਕੁੰਟ ਕਹੀਏ, ਕਹਿੰਦੇ ਚਾਰ ਕੁੰਟ ਜਿਹੜੇ ਨੇ ਚਾਰੇ ਖਾਣੀਆਂ, ਅੰਡਜ ਜੇਰਜ ਸੇਤਜ ਉਤਭੁਜ ਤੇਰੇ ਕੀਤੇ ਜਨਤਾ। ਆਂਡਿਆਂ ਦੁਆਰਾ ਪੈਦਾ ਹੁੰਦੀ ਹੈ ਸ੍ਰਿਸ਼ਟੀ, ਜੇਰ ਦੁਆਰਾ ਜਿਸ ਤਰ੍ਹਾਂ ਮਨੁੱਖ ਜਨਮ ਲੈਂਦਾ ਹੈ। ਸੋ ਅੰਡਜ ਜੇਰ ਸੇਤਜ ਕਹੀਏ ਮੁੜਕੇ ਦੁਆਰਾ, ਜਿੱਥੋਂ ਮੁੜਕਾ ਹੁੰਦਾ ਉੱਲੀ ਲੱਗ ਜਾਂਦੀ, ਇਸ ਤਰ੍ਹਾਂ ਦੇ ਨਾਲ ਜਿਹੜੀਆਂ ਚੀਜ਼ਾਂ ਪੈਦਾ ਹੁੰਦੀਆਂ, ਜੂਆਂ ਪੈ ਜਾਂਦੀਆਂ, ਇਸ ਤਰ੍ਹਾਂ ਦੇ ਨਾਲ। ਉਤਭੁਜ ਜਿਹੜੀ ਧਰਤੀ ਨੂੰ ਪਾੜ ਕਰਕੇ ਨਿਕਲਦਾ, ਜਿਸ ਤਰ੍ਹਾਂ ਬਨਸਪਤੀ ਹੈ ਸਾਰੀ। ਇਹ ਚਾਰ ਤਰੀਕਿਆਂ ਮਾਰੇ ਕਦੀ ਅਸੀਂ ਕੁਝ ਬਣੇ ਆ, ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਹ ਸਾਰੀਆਂ ਚਾਰ ਕੁੰਟ, ਚਾਰ ਖਾਣੀਆਂ ਦੇ ਵਿੱਚ ਭਟਕ ਕੇ ਦਹ ਦਿਸ ਭ੍ਰਮੇ, ਦਸਾਂ ਦਿਸ਼ਾਵਾਂ ਦੇ ਵਿੱਚ ਭਟਕ ਕੇ। 10 ਦਿਸ਼ਾ ਕਿਹੜੀਆਂ ਹੈ? ਚਾਰ ਤਾਂ ਦਿਸ਼ਾ ਉੱਤਰ ਦੱਖਣ ਪੂਰਬ ਪੱਛਮ, ਚਾਰ ਫਿਰ ਇਹਨਾਂ ਨੇ ਨਾਈਟ ਕੋਣ, ਅਗਨ ਕੋਣ ਵਗੈਰਾ ਜਿਹੜੇ ਨੇ, ਇਹਨਾਂ ਦੇ ਚਾਰੇ ਵਿਦਿਸ਼ਾ ਜਿਨ੍ਹਾਂ ਨੂੰ ਕਿਹਾ ਜਾਂਦਾ। ਇਹਨਾਂ ਦੇ ਵਿੱਚ ਜਿਹੜੇ ਚਾਰ ਕਾਰਨਰ ਵੱਜ ਜਾਂਦੇ ਉਹਨਾਂ ਨੂੰ ਕਿਹਾ ਜਾਂਦਾ ਹੈ। ਫਿਰ ਅਸਮਾਨ 9ਵੀਂ ਹੋ ਗਈ, ਤੇ ਪਤਾਲ ਥੱਲੇ ਨੂੰ ਜਾਈਏ, ਇਹ 10 ਦਿਸ਼ਾ। ਕਹਿੰਦੇ ਦਸਾਂ ਦਿਸ਼ਾ ਦੇ ਵਿੱਚ ਚੌਂ ਕੁੰਟਾਂ ਚਾਰ ਖਾਣੀਆਂ ਦੇ ਵਿੱਚ ਮਹਾਰਾਜ ਭਰਮ ਕੇ ਥੱਕ ਗਏ। ਮਹਾਰਾਜ ਹੁਣ ਥਕੇਵਾਂ ਮੰਨਦਾ ਇਹ ਮਨੁੱਖ ਸਾਡਾ। ਸੋ ਅੰਦਰਲਾ ਜਿਹੜਾ ਥਕੇਵਾਂ ਮੰਨਦਾ, ਥੱਕ ਗਏ ਆ ਮਹਾਰਾਜ ਸੱਚੇ ਪਾਤਸ਼ਾਹ ਜੀ। ਥੱਕ ਕਰਕੇ ਕੀ ਕੀਤਾ?
ਆਏ ਪ੍ਰਭ ਕੀ ਸਾਮ, ਥੱਕ ਆਏ ਪ੍ਰਭ ਕੀ ਸਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਆਏ ਹਾਂ, ਹੁਣ ਆਪ ਜੀ ਕਿਰਪਾ ਕਰਕੇ ਰੱਖਣਾ ਕਰੋ ਜੀ। ਧੈਨ ਦੁਧੈ ਤੇ ਬਾਹਰੀ, ਕਿਤੈ ਨਾ ਆਵੈ ਕਾਮ। ਸੋ ਜਿਸ ਪ੍ਰਕਾਰ ਦੇ ਨਾਲ ਧੇਨ ਦੁਧੈ ਤੇ ਬਾਹਰੀ, ਧੇਨ ਕਹੀਏ ਜਿਸ ਤਰ੍ਹਾਂ ਕੋਈ ਗਾਂ ਹੁੰਦੀ ਹੈ ਨਾ, ਗਾਂ ਦੁੱਧ ਤੋਂ ਬਾਹਰੀ ਜਿਹੜੀ ਹੈ ਉਹ ਕਿਤੇ ਕੰਮ ਨਹੀਂ ਆਉਂਦੀ। ਪਰ ਮਹਾਂਪੁਰਸ਼ ਇਹਦੇ ਅਰਥ ਕਰਿਆ ਕਰਦੇ ਵੀ ਜੇ ਤਾਂ ਕਰ ਦਾਂਗੇ ਅਰਥ ਇਕੱਲੇ ਗਾਂ ਦੇ ਹੀ, ਕਹਿੰਦੇ ਜੇ ਜੱਟ ਕੋਲ ਹੋਈ ਉਹ ਤਾਂ ਕਈ ਵਾਰ ਜੋ ਵੀ ਲੈਂਦਾ ਹੈ ਉਹ ਤਾਂ ਸੋ ਕਈ ਵਾਰ ਉਹਦੇ ਕੋਲ ਬਲਦਾਂ ਵਾਲਾ ਕੰਮ ਵੀ ਲੈਣ ਲੱਗ ਜਾਂਦਾ ਹੈ। ਕਹਿੰਦੇ ਇਹ ਬਾਣੀਆਂ ਦੀ ਗਾਂ ਹੋਵੇ, ਜਿਹੜੀ ਬਾਣੀਆਂ ਦੇ ਕੋਲ ਗਾਂ ਹੋਵੇ, ਉਹਨੂੰ ਦੁੱਧ ਨਹੀਂ ਦਿੰਦੀ ਤਾਂ ਉਹਦੇ ਕਿਸੇ ਕੰਮ ਨਹੀਂ। ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਸੋ ਕਿਸੇ ਪ੍ਰਕਾਰ ਦੇ ਨਾਲ ਉਹ ਕੰਮ ਨਹੀਂ ਆਉਂਦੀ ਜਿਹੜੀ ਬਾਣੀਆਂ ਦੀ ਗਾਂ ਹੈ। ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਸੋ ਕਹਿੰਦੇ ਇਸੇ ਪ੍ਰਕਾਰ ਦੇ ਨਾਲ ਜਲ ਤੋਂ ਬਿਨਾ ਜਿਹੜੀਆਂ ਸਾਖਾਂ ਹਨ ਬਨਸਪਤੀ ਦੀਆਂ ਕੁਮਲਾ ਜਾਂਦੀਆਂ ਹੈ। ਉਪਜੈ ਨਾ ਹੀ ਦਾਮ, ਉਹਦੇ ਵਿੱਚ ਕੋਈ ਦਮੜੇ ਨਹੀਂ ਉਪਜਦੇ, ਉਹਦੇ ਵਿੱਚੋਂ ਕੋਈ ਫਲ ਨਹੀਂ ਪ੍ਰਾਪਤ ਹੁੰਦਾ ਹੈ। ਹਰ ਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ। ਸੋ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਕਰਦੇ ਭਾਏ। ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਬਾਣੀਆਂ ਦੀ ਗਾਂ ਦੁੱਧ ਨਾ ਦੇਵੇ ਉਹ ਕਿਸੇ ਕੰਮ ਨਹੀਂ। ਜਲ ਤੋਂ ਬਿਨਾ ਜਿਹੜੀਆਂ ਸਾਖਾਂ ਨੇ ਬਨਸਪਤੀ ਜਿਹੜੀ ਕੁਮਲਾ ਜਾਂਦੀ ਉਹ ਦਮੜੇ ਨਹੀਂ ਦਿੰਦੀ, ਉਹ ਕਿਸੇ ਕੰਮ ਨਹੀਂ ਆਉਂਦੀ। ਇਸੇ ਤਰ੍ਹਾਂ ਦੇ ਨਾਲ ਇਹ ਮਨੁੱਖਾ ਜਿਹੜਾ ਸਰੀਰ ਹੈ ਹਰ ਨਾਹ ਨਾ ਮਿਲੀਏ ਸਾਜਨਾ, ਜਿੰਨਾ ਚਿਰ ਪਰਮੇਸ਼ਰ ਪਤੀ ਵਾਹਿਗੁਰੂ ਜੀ ਨੂੰ ਨਾ ਮਿਲੀਏ ਉਹਨਾਂ ਚਿਰ ਇਹ ਵੀ ਕਿਸੇ ਕੰਮ ਨਹੀਂ। ਤੇ ਕਤ ਪਾਈ ਹੈ ਬਿਸਰਾਮ, ਜਿਹੜੀ ਭਟਕਣਾ ਲੱਗੀ ਹੋਈ ਹੈ ਚਾਰ ਖਾਣੀਆਂ ਦੇ ਵਿੱਚ, ਦਸਾਂ ਦਿਸ਼ਾਵਾਂ ਦੇ ਵਿੱਚ, ਉਹ ਕਹਿੰਦੇ ਖਤਮ ਕਿਵੇਂ ਹੋਏਗੀ? ਖਤਮ ਨਹੀਂ ਹੋ ਸਕਦੀ ਜਿੰਨਾ ਚਿਰ ਹਰ ਨਾਹ ਨਾ ਮਿਲੀਏ ਸਾਜਨਾ। ਨਾ ਕਹੀਏ ਪਤੀ ਨੂੰ ਪਰਮੇਸ਼ਰ ਵਾਹਿਗੁਰੂ ਨੂੰ ਸੱਜਣ ਨੂੰ ਨਹੀਂ, ਜਿੰਨਾ ਚਿਰ ਮਿਲਦੇ ਉਹਨਾਂ ਚਿਰ ਵਿਸ਼ਰਾਮ ਨਹੀਂ ਪ੍ਰਾਪਤ ਹੋਏਗਾ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਪਾਠ ਨਗਰ ਸੇ ਗ੍ਰਾਮ। ਸੋ ਕਹਿੰਦੇ ਇਸ ਪ੍ਰਕਾਰ ਦੇ ਨਾਲ ਜਿਤ ਘਰ ਹਰ ਕੰਤ ਨਾ ਪ੍ਰਗਟ ਹੋਈ, ਜਿਹਦੇ ਘਰ ਦੇ ਵਿੱਚ ਹਿਰਦੇ ਰੂਪ ਘਰ ਦੇ ਵਿੱਚ ਕੰਤ ਭਾਵ ਵਾਹਿਗੁਰੂ ਪਰਮੇਸ਼ਰ ਪਤੀ ਪਿਆਰਾ ਨਹੀਂ ਪ੍ਰਗਟ ਹੁੰਦਾ, ਪਾਠ ਨਗਰ ਸੇ ਗ੍ਰਾਮ। ਕਹਿੰਦੇ ਉਹ ਸਰੀਰ ਤਾਂ ਫਿਰ ਭੱਠਾਂ ਵਾਂਗੂ ਹੀ ਹੈ ਨਾ। ਨਗਰ ਕਹੀਏ ਵੱਡੇ, ਗ੍ਰਾਮ ਕਹੀਏ ਛੋਟੇ। ਗ੍ਰਾਮ ਪੰਚਾਇਤ ਹੁੰਦੀ ਹੈ ਤੇ ਨਗਰ ਨਿਗਮ ਹੁੰਦੇ। ਜਿਸ ਤਰ੍ਹਾਂ ਦੇ ਨਗਰ ਕਹੀਏ ਵੱਡੇ ਸ਼ਹਿਰ ਤੇ ਗ੍ਰਾਮ ਕਹੀਏ ਛੋਟੇ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਉਹ ਜਿਹੜੇ ਵੱਡੇ ਛੋਟੇ ਸਰੀਰ ਨੇ, ਉਹ ਜੇ ਕੋਈ ਵੱਡਾ ਬਹੁਤ ਵੱਡਾ ਉੱਚਾ ਬਣਿਆ ਹੋਇਆ, ਕੋਈ ਛੋਟਾ ਸਮਝਦਾ ਆਪਣੇ ਆਪ ਨੂੰ ਕੋਈ ਦੇਵਤਾ ਹੈ, ਕੋਈ ਮਨੁੱਖ ਹੈ। ਜਿਤ ਘਰ ਹਰ ਕੰਤ ਨਾ ਪ੍ਰਗਟੀ, ਜਿਹਦੇ ਹਿਰਦੇ ਅੰਦਰ ਪਰਮੇਸ਼ਰ ਵਾਹਿਗੁਰੂ ਪਤੀ ਪਿਆਰਾ ਨਹੀਂ ਪ੍ਰਗਟ ਹੋਇਆ, ਉਹ ਕਾਹਦੇ ਨਿਆਈ? ਉਹ ਕਹਿੰਦੇ ਪਾਠ ਨਗਰ ਸੇ ਗ੍ਰਾਮ, ਉਹ ਤੇ ਕਹਿੰਦੇ ਭੱਠੇ ਦੀ ਨਿਆਈ ਹੈ ਨਾ। ਤੇ ਸਾਧ ਸੰਗਤ ਜੀ ਭੱਠੇ ਦੇ ਵਿੱਚ ਕੀ ਹੁੰਦਾ ਹੈ? ਅੱਗ ਬਲਦੀ ਹੈ। ਸੋ ਸਾਡੇ ਸਰੀਰ ਦੇ ਵਿੱਚ ਵੀ ਕੀ ਸਿਸਟਮ ਹੈ? ਇਹਨੂੰ ਕਹਿੰਦੇ ਜਠਰ ਦਾ ਅਗਨ। ਅਸੀਂ ਉੱਪਰੋਂ ਜੋ ਵੀ ਖਾਣਾ ਦਾਣਾ ਖਾਂਦੇ ਆ, ਉਹ ਜਠਰ ਅਗਨ ਜਿਹੜੀ ਹੈ ਉਹਨੂੰ ਫਿਰ ਸੋ ਉੱਥੇ ਤਪਾਈ ਜਾਂਦੀ ਹੈ। ਤਪਾ ਕਰਕੇ ਉਹਦੇ ਅੱਗੋਂ ਰਸਾਇਣ ਬਣਦੇ ਨੇ, ਉਹ ਲਹੂ ਚੱਲਦਾ ਹੈ। ਸੋ ਇਹਨੂੰ ਕਹਿੰਦੇ ਨੇ ਕੈਮੀਕਲ ਲਾਈਫ। ਕਹਿੰਦੇ ਜੇ ਪਰਮੇਸ਼ਰ ਵਾਹਿਗੁਰੂ ਨਹੀਂ ਨਾ ਪ੍ਰਗਟ ਹੋਇਆ ਫਿਰ ਤਾਂ ਤੇਰੀ ਕੈਮੀਕਲ ਲਾਈਫ ਹੀ ਹੈ ਨਾ। ਵੀ ਜਿਸ ਤਰ੍ਹਾਂ ਕੋਈ ਕਾਰ ਚੱਲਦੀ ਹੈ, ਉਹਦੇ ਵਿੱਚ ਸੋ ਤੇਲ ਪਾਇਆ ਜਾਂਦਾ ਤੇ ਉਹ ਵੀ ਭੱਜੀ ਨੱਠੀ ਫਿਰਦੀ ਹੈ, ਜਿੱਧਰ ਨੂੰ ਮਰਜ਼ੀ ਉਹਨੂੰ ਲੈ ਜਾਓ। ਹੁਣ ਤਾਂ ਆਟੋਮੈਟਿਕ ਵੀ ਆ ਗਈਆਂ, ਰਿਮੋਟ ਨਾਲ ਹੀ ਚੱਲੀ ਜਾਂਦੀਆਂ। ਕਹਿੰਦੇ ਫਿਰ ਤਾਂ ਤੇਰਾ ਉਹ ਭੱਠੀ ਵਾਲਾ ਹੀ ਹਿਸਾਬ ਹੋ ਗਿਆ ਨਾ, ਵੀ ਬਾਲਣ ਪਾ ਦਿੱਤਾ, ਅੱਗ ਚੱਲ ਪਈ ਤੇ ਉਹਦਾ ਅੱਗੇ ਜਿਹੜੀ ਊਰਜਾ ਉਹਦੇ ਵਿੱਚੋਂ ਪੈਦਾ ਹੋਣ ਲੱਗ ਪਈ। ਸੋ ਇਸ ਤਰ੍ਹਾਂ ਦੇ ਨਾਲ ਸਾਡੇ ਵੀ ਕੈਮੀਕਲ ਲਾਈਫ ਹੀ ਆ ਫਿਰ, ਕਿ ਜੇ ਅਸੀਂ ਰੋਟੀ ਪਾਣੀ ਛਕ ਲਿਆ, ਕੰਮ ਕਾਰ ਕਰਦੇ ਰਹੇ, ਪਰਮੇਸ਼ਰ ਦੀ ਭਗਤੀ ਨਹੀਂ ਕੀਤੀ, ਪਰਮੇਸ਼ਰ ਵਾਹਿਗੁਰੂ ਕੰਤ ਜਿਹੜਾ ਹੈ ਪਤੀ ਪਿਆਰਾ ਪ੍ਰਗਟ ਨਹੀਂ ਹੋਇਆ, ਕਹਿੰਦੇ ਫਿਰ ਉਹਨਾਂ ਨੂੰ ਭੱਠੀ ਦੇ ਨਿਆਈ ਜਾਣਨਾ ਕਰੋ, ਉਹਨਾਂ ਨੂੰ ਫਿਰ ਮਨੁੱਖ ਨਾ ਜਾਣਨਾ ਕਰੋ। ਪਾਠ ਨਗਰ ਸੇ ਗ੍ਰਾਮ, ਉਹ ਜਿਹੜੇ ਵੱਡੇ ਛੋਟੇ ਨੇ ਉਹ ਸਾਰੇ ਭੱਠੇ ਦੀ ਨਿਆਈ ਜਿਹੜੇ ਤਪਦੇ ਹੀ ਰਹਿੰਦੇ ਆ ਅੰਦਰੋਂ। ਤੇ ਮਹਾਰਾਜ ਜੀਵਨ ਕੀ ਹੁੰਦਾ? ਕਹਿੰਦੇ ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਹੇ ਰਾਮ। ਕਹਿੰਦੇ ਇਹ ਕੋਈ ਜੀਵਨ ਨਹੀਂ ਹੈ। ਜੀਵਨ ਤਾਂ ਉਹ ਹੈ ਜਿੱਥੇ ਪਰਮੇਸ਼ਰ ਦੀ ਹਰਿਆਵਲ ਹੈ, ਜਿੱਥੇ ਪਰਮੇਸ਼ਰ ਦੇ ਨਾਮ ਜਪਿਆ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਆ ਭਾਈ,
ਪਰਮੇਸ਼ਰ ਪਿਆਰੇ ਦੇ ਪ੍ਰਗਟ ਹੋਣ ਤੋਂ ਬਿਨਾ ਇਹ ਜਿਹੜੇ ਸਾਰੇ ਸਰੀਰੇ ਭੱਠਾਂ ਦੀ ਨਿਆਈ ਤਪਦੇ ਹਨ। ਸਰਬ ਸੀਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਕਹਿੰਦੇ ਜਿਹੜੇ ਸਾਰੇ ਸਿੰਗਾਰ ਨੇ, ਸਰਬ ਸੀਗਾਰ, ਸਾਰੇ ਸਿੰਗਾਰ ਜਿਹੜੇ ਨੇ 16 ਕੀਏ ਸਿੰਗਾਰ ਕੇ ਅੰਜਨ ਪਾਜਿਆ। 16 ਤਰ੍ਹਾਂ ਦੇ ਸ਼ਿੰਗਾਰ ਮੰਨੇ ਜਾਂਦੇ ਆ। ਇਹ ਵੱਖਰੇ ਵੱਖਰੇ ਹੋਰ ਬੇਅੰਤ ਤਰ੍ਹਾਂ ਦੇ ਸ਼ਿੰਗਾਰ ਸਾਧ ਸੰਗਤ ਜੀ ਅੱਜ ਕੱਲ੍ਹ ਤੰਬੋਲ ਰਸ, ਸੋ ਇਹ ਪਾਨਾਂ ਦੇ ਬੀੜੇ ਖਾਣੇ, ਸੋ ਇਸ ਤਰ੍ਹਾਂ ਦੇ ਨਾਲ ਹੋਰ ਪਾਨਾਂ ਦੇ ਬੀੜੇ ਖਾ ਕਰਕੇ ਬੁੱਲ੍ਹਾਂ ਨੂੰ ਸੁੰਦਰ ਬਣਾਇਆ ਜਾਂਦਾ ਲਾਲ ਰੰਗ ਦੇ। ਸੋ ਅੱਜ ਕੱਲ੍ਹ ਸੁਰਖੀਆਂ ਬਿੰਦੀਆਂ ਲਾ ਕਰਕੇ ਬਣਾਇਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਸਾਰੇ ਤੇਰੇ ਸ਼ਿੰਗਾਰ ਕੀਤੇ ਹੋਏ ਤੰਬੋਲ ਰਸ ਸਣਦੇ ਹੀ ਸਭ ਖਾਮ। ਕਹਿੰਦੇ ਸਾਰੇ ਤੇਰੇ ਜਪ ਤਪ ਕੀਤੇ ਹੋਏ ਤੇਰੇ, ਸੋ ਇਹ ਵੱਖਰੇ ਵੱਖਰੇ ਆਸਣ ਕੀਤੇ ਹੋਏ। ਅਧਿਆਤਮਿਕ ਅਰਥ ਮਹਾਂਪੁਰਸ਼ ਕਰਿਆ ਕਰਦੇ, ਜਿੰਨੇ ਵੀ ਤੇਰੇ ਜਿਹੜੇ ਨੇ ਇਹ ਕਰਮ ਕਾਂਡ ਕੀਤੇ ਹੋਏ, ਜਿੰਨੇ ਤੇਰੇ ਦਲ ਧਾਰੇ ਕੀਤੇ ਹੋਏ, ਪੁੱਠੇ ਲੰਮ ਕਰਕੇ ਭਗਤੀਆਂ ਕੀਤੀਆਂ ਹੋਈਆਂ, ਸਣ ਦੇ ਹੀ ਸਭ ਖਾਮ। ਸਭ ਖਾਮ ਹੀ ਹੈ, ਭਾਵ ਕਿ ਸਾਰੇ ਕੱਚੇ ਹੀ ਹਨ, ਕਿਸੇ ਕੰਮ ਦੇ ਨਹੀਂ ਹਨ। ਕਿੰਨਾ ਚਿਰ ਇਹ ਕੰਮ ਦੇ ਨਹੀਂ ਹਨ। ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ। ਸੋ ਕਹਿੰਦੇ ਪ੍ਰਭੂ ਸੁਆਮੀ ਕੰਤ, ਸੋ ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਪਤੀ ਪਿਆਰੇ ਤੋਂ ਵਿਹੂਣੀਆਂ, ਭਾਵ ਕਿ ਉਸ ਤੋਂ ਬਿਨਾ ਮੀਤ ਸੱਜਣ ਸਭ ਜਾਮ। ਜਿਹੜੇ ਮਿੱਤਰ ਪਿਆਰੇ ਹਨ ਉਹ ਵੀ ਜਾਮ ਦੀ ਤਰ੍ਹਾਂ, ਭਾਵ ਕਿ ਜਮਾਂ ਦੀ ਤਰ੍ਹਾਂ ਲੱਗਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਕੋਈ, ਸੋ ਅੱਜ ਕੱਲ੍ਹ ਆਪਾਂ ਵੇਖਦੇ ਹਾਂ, ਸੋ ਜਿੰਨਾ ਚਿਰ ਤਾਂ ਬੀਬੀਆਂ ਆਪਣੇ ਘਰ ਦੇ ਵਿੱਚ ਵੱਸਦੀਆਂ ਨੇ ਸੁਖੀ ਪਤੀ ਪਿਆਰੇ ਨਾਲ, ਤਾਂ ਉਹਨਾਂ ਦਾ ਪੇਕੇ ਘਰ ਦੇ ਵਿੱਚ ਵੀ ਬਹੁਤ ਸਾਰਾ ਮਾਣ ਸਨਮਾਨ ਹੁੰਦਾ ਹੈ। ਸੋ ਸਾਡੀ ਧੀ ਰਾਣੀ ਆਈ ਹੈ, ਸਾਡੀ ਬੇਟੀ ਆਈ ਹੈ, ਸੋ ਬੜਾ ਉਹਦਾ ਮਾਣ ਸਨਮਾਨ ਹੁੰਦਾ ਹੈ। ਜਦੋਂ ਕਿਤੇ ਕੋਈ ਅਣਬਣ ਹੋ ਜਾਵੇ, ਸੋ ਪਤੀ ਪਿਆਰੇ ਤੋਂ ਉਹਦਾ ਕੋਈ ਵਿਛੋੜਾ ਹੋ ਜਾਵੇ, ਤਾਂ ਫਿਰ ਘਰ ਦੇ ਜਿਹੜੇ ਨੇ ਉਹ ਵੀ ਉਹਨੂੰ ਲਾਹਮੇ ਦੇਣ ਲੱਗ ਜਾਂਦੇ। ਸਾਡੇ ਬਰੂਹਾਂ 'ਤੇ ਆ ਕਰਕੇ ਬੈਠੀ ਹੋਈ ਆ, ਜਿਹੜੇ ਮੀਤ ਪਿਆਰੇ ਜਿਹੜੇ ਨੇ, ਭਰਾ ਆਦਿਕ ਨੇ ਜਿਹੜੇ, ਸੋ ਮਾਤਾ ਪਿਤਾ ਉਹ ਵੀ ਉਹਦੇ ਨਾਲ, ਸੋ ਸਾਧ ਸੰਗਤ ਜੀ ਵੀ ਈਰਖਾਵਾਂ ਕਰਨ ਲੱਗ ਜਾਂਦੇ ਆ ਕਿ ਇਹਨੇ ਪਤਾ ਨਹੀਂ ਕਦੋਂ ਸਾਡੇ ਬੂਹੇ ਤੋਂ ਉੱਠਣਾ, ਸਾਡਾ ਖਾਈ ਜਾਂਦੀ ਹੈ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਭਾਈ, ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਕੰਤ ਤੇਰੇ ਨਾਲ ਹੈ, ਜਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ। ਕਹਿੰਦੇ ਇਹ ਤਾਂ ਪਰਮੇਸ਼ਰ ਵਾਹਿਗੁਰੂ ਪ੍ਰਭ ਸੁਆਮੀ ਕੰਤ ਵੀ ਹੋਣੀਆਂ। ਕਹਿੰਦੇ ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਤੋਂ ਵੀ ਹੋਣੇ ਨੇ ਮਨੁੱਖ, ਮੀਤ ਸੱਜਣ ਸਭ ਜਾਮ। ਸੋ ਉਹਨਾਂ ਵਾਸਤੇ ਤਾਂ ਸਾਰੇ ਜਿਹੜੇ ਮਿੱਤਰ ਸੱਜਣ ਨੇ ਉਹ ਜਾਮ ਦੀ ਤਰ੍ਹਾਂ ਹੀ ਹੈ, ਸੋ ਜਮ ਦੀ ਤਰ੍ਹਾਂ ਹੀ ਹਨ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮੋਹਰ ਛਾਪ ਲਾਉਂਦੇ ਹੋਏ ਸਤਿਗੁਰੂ ਦੀ ਕਿਰਪਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ, ਹੇ ਵਾਹਿਗੁਰੂ ਕਾਲ ਪੁਰਖ ਜੀਓ, ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰਨਾ ਕਰੋ ਜੀ। ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ। ਤੇ ਆਪ ਜੀ ਕਿਰਪਾ ਬਖਸ਼ੀ ਰਹਿਮਤ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ। ਸੰਗ ਪ੍ਰਭ ਜਿਸ ਕਾ ਨਿਹਚਲ ਧਾਮ, ਜਿਹਦਾ ਜਿਹੜਾ ਧਾਮ ਹੈ ਨਾ, ਜਿਹਦਾ ਸਥਾਨ ਹੈ ਜਿਹੜਾ ਉਹ ਨਿਸ਼ਚਲਿਆ, ਉਹ ਘੁੰਮਦਾ ਨਹੀਂ, ਕਿਤੇ ਜਾਂਦਾ ਨਹੀਂ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਕਹੀ ਮੈਂ ਤੇਰੀ, ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਹੇ ਸੁਆਮੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਉਹ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਓ। ਤੇ ਮੇਲਣ ਦੇ ਨਾਲ ਜਿਹਦਾ ਧਾਮ ਜਿਹੜਾ ਨਿਸ਼ਚਲ ਹੈ, ਜਿਹਦਾ ਕਿਤੇ ਚਲਾਏ ਮਾਨ ਨਹੀਂ ਹੁੰਦਾ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਲ ਲਿਓ। ਹੁਣ ਅੱਗੇ ਸਤਿਗੁਰੂ ਜੀ ਮਹੀਨਿਆਂ ਦੁਆਰਾ ਉਪਦੇਸ਼ ਬਖਸ਼ਿਸ਼ ਰਹਿਮਤ ਕਰਦੇ ਹਨ। ਚੇਤ ਗੋਵਿੰਦ ਆਰਾਧੀਐ ਹੋਵੇ ਆਨੰਦ ਘਣਾ। ਸੋ ਚੇਤ ਮਹੀਨੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ, ਚੇਤ ਗੋਵਿੰਦ ਆਰਾਧੀਐ, ਕਿ ਗੋਬਿੰਦ ਨੂੰ ਆਰਾਧਨ ਨਾਲ ਕੀ ਹੁੰਦਾ, ਹੋਵੇ ਆਨੰਦ ਘਣਾ। ਕਿਉਂਕਿ ਸਾਧ ਸੰਗਤ ਜੀ ਆਨੰਦ ਤਾਂ ਸਾਰੇ ਕਹਿੰਦੇ, ਕੋਈ ਪ੍ਰਸ਼ਾਦਾ ਪਾਣੀ ਚੰਗਾ ਵਧੀਆ ਛਕ ਲਏ ਤਾਂ ਉਹ ਕਹਿੰਦੇ ਬੜਾ ਆਨੰਦ ਪ੍ਰਾਪਤ ਹੋਇਆ। ਕੋਈ ਨੀਂਦ ਨੂੰ ਹੀ ਘਣਾ ਆਨੰਦ ਮੰਨੀ ਫਿਰਦਾ ਹੈ, ਬੜੀ ਚੰਗੀ ਨੀਂਦ ਆਈ, ਕਹਿੰਦੇ ਹਾਂ ਬੜਾ ਆਨੰਦ ਪ੍ਰਾਪਤ ਹੋਇਆ। ਸੋ ਇਸੇ ਪ੍ਰਕਾਰ ਦੇ ਨਾਲ ਵੱਖਰੇ ਵੱਖਰੇ ਸੁਭਾਅ ਵਾਲੇ ਮਨੁੱਖ ਜਿਹੜੇ ਉਹ ਵੱਖਰੀਆਂ ਵੱਖਰੀਆਂ ਚੀਜ਼ਾਂ ਨੂੰ ਆਨੰਦ ਪ੍ਰਾਪਤ ਕਰਕੇ
ਸੋ ਉਹਨਾਂ ਨੂੰ ਕਹਿੰਦੇ ਨੇ ਵੀ ਇਹ ਬਹੁਤ ਵੱਡਾ ਭਾਰੀ ਸਾਨੂੰ ਆਨੰਦ ਪ੍ਰਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਗੁਰੂ ਅਮਰਦਾਸ ਜੀ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਭਾਈ, ਇਹ ਘਣਾ ਆਨੰਦ ਪ੍ਰਾਪਤ ਹੋਏਗਾ ਸੋ ਚੇਤਾ ਕਰਨ ਦੇ ਨਾਲ ਗੋਬਿੰਦ ਆਰਾਧੀਐ, ਗੋਬਿੰਦ ਨੂੰ ਆਰਾਧਨਾ ਕਰਕੇ ਕੀ ਹੋਏਗਾ? ਘਣਾ ਆਨੰਦ ਪ੍ਰਾਪਤ ਹੋਏਗਾ। ਕੈਸਾ ਆਨੰਦ ਹੈ ਉਹ? ਜਿਸ ਤਰ੍ਹਾਂ ਸਾਧ ਸੰਗਤ ਸਮੁੰਦਰ ਹੁੰਦਾ ਹੈ। ਸੋ ਸਮੁੰਦਰ ਦਾ ਪਾਣੀ ਐਸਾ ਪਾਣੀ ਹੈ ਜਿਹੜਾ ਨਾ ਕਦੀ ਉਹ ਝੂਠਾ ਹੁੰਦਾ ਹੈ, ਨਾ ਉਹ ਕਦੀ ਮੁੱਕਦਾ ਹੈ, ਨਾ ਉਹ ਕਦੀ ਸੁੱਕਦਾ ਹੈ, ਤੇ ਨਾ ਕਦੀ ਉਹ ਡੁੱਲਦਾ ਹੈ, ਤੇ ਨਾ ਕਿਸੇ ਪਾਸੇ ਉਹਨੂੰ ਕੋਈ ਖਤਮ ਹੀ ਕਿਸੇ ਪ੍ਰਕਾਰ ਦੇ ਨਾਲ ਕੀਤਾ ਜਾ ਸਕਦਾ ਹੈ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਭਾਈ, ਚੇਤੇ ਮਹੀਨੇ ਦੁਆਰਾ ਉਪਦੇਸ਼ ਕਰਦੇ। ਗੋਬਿੰਦ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੂੰ ਗੋ ਕਹੀਏ, ਧਰਤੀ ਨੂੰ ਬਿੰਦ ਨਾਮ ਹੈ ਉਹਨੂੰ ਰਿਜ਼ਕ ਦੇਣ ਵਾਲੇ ਦਾ, ਗੋ ਕਹੀਏ ਇੰਦਰੀਆਂ ਨੂੰ ਪਾਲਣ ਵਾਲੇ ਨੂੰ। ਸੋ ਉਹਦਾ ਆਰਾਧਨ ਕਰਦ, ਪਰਮੇਸ਼ਰ ਵਾਹਿਗੁਰੂ ਜੀ ਦਾ ਆਰਾਧਨ ਕਰਨ ਦੇ ਨਾਲ ਘਣਾ ਆਨੰਦ ਪ੍ਰਾਪਤ ਹੁੰਦਾ, ਬਹੁਤਾ ਵੱਡਾ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਹੁਣ ਕਹਿੰਦੇ ਐਡਾ ਵੱਡਾ ਭਾਰੀ ਆਨੰਦ ਪ੍ਰਾਪਤ ਕਰਨ ਵਾਸਤੇ ਚੱਲਣਾ ਕਿੱਥੋਂ ਪਏਗਾ? ਫਸਟ ਸਟੈਪ ਕੀ ਲੈਣਾ ਪਏਗਾ? ਕਹਿੰਦੇ ਸਾਧ ਸੰਗਤ ਵਿੱਚ ਮਿਲ ਕਰਕੇ, ਸੰਤਾਂ ਮਹਾਂਪੁਰਸ਼ਾਂ ਨਾਲ ਮਿਲ ਕਰਕੇ ਰਸਨਾ ਨਾਮ ਪਣਾ। ਸਭ ਤੋਂ ਪਹਿਲਾਂ ਰਸਨਾ ਨਾਲ ਨਾਮ ਜਪਣਾ ਪਏਗਾ, ਰਸਨਾ ਤੋਂ ਸ਼ੁਰੂ ਕਰਨਾ ਪਏਗਾ। ਜਦੋਂ ਰਸਨਾ ਤੋਂ ਸ਼ੁਰੂ ਕਰਾਂਗੇ ਤਾਂ ਫਿਰ ਹੌਲੀ ਹੌਲੀ ਜਿਹੜੀ ਸਾਧ ਸੰਗਤ ਦੀ ਚੀਜ਼ ਮੂੰਹ ਦੇ ਵਿੱਚ ਪਾਈਏ ਤਾਂ ਉਹ ਅੰਦਰ ਵੀ ਚਲੇ ਜਾਂਦੀ ਹੈ। ਅੰਦਰ ਜਾ ਕਰਕੇ ਉਹਦਾ ਫਿਰ ਰਸ ਬਣਦੇ ਨੇ, ਉਹ ਖੂਨ ਰੂਪ ਦੇ ਵਿੱਚ ਸਾਰੇ ਸਰੀਰ ਦੇ ਵਿੱਚ, ਸੋ ਸਾਰੇ ਸਰੀਰ ਦੇ ਵਿੱਚ ਉਹ ਰਸ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਦੀ ਕਿਰਪਾ ਕਰਦੇ ਭਾਈ। ਪਹਿਲਾ ਸਟੈਪ ਕੀ ਹੋਏਗਾ ਤੇਰਾ? ਪਰਮੇਸ਼ਰ ਨੂੰ ਮਿਲਣ ਦਾ, ਸੰਤ ਦੇ ਨਾਮ ਮਿਲ ਪਾਈ ਹੈ। ਸੋ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਕੇ, ਸੋ ਸਾਧ ਸੰਗਤ ਨਾਲ ਮਿਲ ਕਰਕੇ ਜਪਣਾ ਕਰੀਏ। ਕਿਵੇਂ? ਰਸਨਾ ਨਾਮ ਭਣਾ, ਰਸਨਾ ਦੁਆਰਾ ਭਣਾ ਕਹੀਏ, ਆਖਣਾ ਕਰੀਏ ਪਰਮੇਸ਼ਰ ਦੇ ਨਾਮ ਨੂੰ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹਿ ਗਣਾ। ਸੋ ਜਿੰਨੇ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਆਪਣੇ ਨੂੰ ਪਾ ਲਿਆ ਹੈ, ਆਇਆ ਹੋਇਆ, ਉਹਦਾ ਹੀ ਗਿਣਨਾ ਕਰੀਏ, ਬਾਕੀਆਂ ਦਾ ਤੇ ਕੋਈ ਗਿਣਤੀ ਮਿਣਤੀ ਨਹੀਂ। ਆਇਆ ਸਫਲਤਾ ਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਣੀਐ। ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ, ਜਿਹਨੇ ਪਰਮੇਸ਼ਰ ਦੀ ਪ੍ਰਾਪਤੀ ਕਰਨ ਲਈ, ਉਹਦਾ ਹੀ ਆਇਆ ਹੋਇਆ ਗਿਣਿਆ ਜਾਂਦਾ, ਉਹਦਾ ਹੀ ਆਇਆ ਹੋਇਆ ਸਫਲ ਹੈ। ਦੂਸਰੇ ਨੂੰ ਨਾ ਗਿਣਨਾ ਕਰੋ। ਮਹਾਰਾਜ ਕਹਿੰਦੇ ਉਹਦੀ ਗਿਣਤੀ ਹੁੰਦੀ ਆਇਆਂ ਦੇ ਵਿੱਚ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਸੋ ਕਹਿੰਦੇ ਐਸੇ ਪਰਮੇਸ਼ਰ ਵਾਹਿਗੁਰੂ ਜੀ ਤੋਂ, ਸੋ ਇੱਕ ਖਿਨ ਮਾਤਰ ਵੀ ਤਿਸ ਬਿਨ ਜੀਵਣਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ, ਆਖਾਂ ਜੀਵਾ ਵਿਸਰੈ ਮਰ ਜਾਓ, ਪਰ ਕਹਿੰਦੇ ਆਖਣ ਔਖਾ ਸਾਚਾ ਨਾਓ। ਕਹਿੰਦੇ ਇੱਕ ਖਿਨ ਮਾਤਰ ਵੀ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਤੋਂ ਬਿਨਾਂ ਜੀਣਾ, ਉਸ ਤੋਂ ਬਿਨਾਂ ਜੀਣਾ ਬਿਰਥਾ ਜਨਮ ਜਣਾ। ਕਹਿੰਦੇ ਉਹ ਬਿਰਥਾ ਹੀ ਜਨਮ ਜਾਂਦਾ ਹੈ, ਉਸ ਮਨੁੱਖ ਦਾ ਬਿਰਥਾ ਹੀ ਜਨਮ ਹੈ। ਜਣਾ ਕਹਿੰਦੇ ਨੇ ਪੋਠਵਾਰੀ ਬੋਲੀ ਦੇ ਵਿੱਚ ਜਣਾ, ਜਾਂ ਆਪਾਂ ਕਹਿੰਦੇ ਨੇ ਜਣਾ ਖਣਾ। ਸੋ ਇਹਦਾ ਹੈਗਾ ਜਣਾ ਭਾਵ ਕਿ ਜਿਹੜਾ ਕੋਈ ਮਨੁੱਖ ਹੈ। ਸੋ ਸਤਿਗੁਰੂ ਦੀ ਕਿਰਪਾ ਕਰਦੇ ਆ ਕਿ ਭਾਈ ਇੱਕ ਖਿਨ ਮਾਤਰ ਵੀ ਪਰਮੇਸ਼ਰ ਵਾਹਿਗੁਰੂ ਜੀ ਤੋਂ ਬਿਨਾਂ ਜੀਉਣਾ ਬਿਰਥਾ ਜਨਮ ਜਣਾ। ਉਹਦਾ ਤਾਂ ਜਿਹੜਾ ਜਨਮ ਹੈ ਉਹ ਬਿਰਥਾ ਹੀ ਜਾ ਰਿਹਾ ਮਨੁੱਖ ਦਾ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸੋ ਹੁਣ ਮਨੁੱਖ ਕਹਿ ਦਿੰਦਾ ਜੀ ਮਹਾਰਾਜ ਮੈਨੂੰ ਚੇਤਾ ਭੁੱਲ ਜਾਂਦਾ, ਮੈਨੂੰ ਚੇਤਾ ਆਉਂਦਾ ਹੀ ਨਹੀਂ। ਤੇ ਮਹਾਰਾਜ ਕਹਿੰਦੇ ਭਾਈ ਉਹ ਤਾਂ ਪਰਮੇਸ਼ਰ ਸਾਰਿਆਂ ਥਾਵਾਂ ਤੇ ਪੂਰਕ ਹੈ, ਜਿੱਧਰ ਨੂੰ ਵੀ ਵੇਖੇਗਾ ਤਾਂ ਉਹੋ ਹੀ ਤੈਨੂੰ ਦਿਸਦਾ ਹੈ, ਫਿਰ ਕਿਵੇਂ ਚੇਤਾ ਭੁੱਲ ਜਾਂਦਾ? ਕਹਿੰਦਾ ਮਹਾਰਾਜ ਕਿੱਥੇ ਕਿੱਥੇ ਵਸਦਾ? ਮਹਾਰਾਜ ਕਿਰਪਾ ਕਰ। ਜਲ ਥਲ ਮਹੀਲ ਪੂਰਿਆ, ਜਲ ਦੇ ਵਿੱਚ ਜਲ ਰੂਪ ਹੋ ਕਰਕੇ, ਥਲ ਦੇ ਵਿੱਚ ਥਲ ਰੂਪ ਹੋ ਕਰਕੇ, ਮਹੀਲ ਭਾਵ ਕੇ ਆਕਾਸ਼ ਦੇ ਵਿੱਚ ਵੀ ਪੂਰਿਆ ਹੋਇਆ ਹੈ, ਰਵਿਆ ਵਿੱਚ ਵਣਾ, ਤੇ ਵਣਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਬਨਸਪਤੀ ਦੇ ਵਿੱਚ ਵੀ ਉਹ ਤਾਂ ਰਵਿਆ ਹੋਇਆ ਸਾਰੇ ਪਾਸੇ। ਕਹਿੰਦੇ ਜਿੱਥੇ ਵੀ ਵੇਖਣਾ ਕਰੋ, ਘਟ ਘਟ ਮੈਂ ਹਰ ਜੂਤ ਬਸੈ, ਸੰਤਨ ਕਹੇ ਉਪਕਾਰ। ਕਹਿੰਦੇ ਜਲਾਂ ਦੇ ਵਿੱਚ ਵੀ, ਥਲਾਂ ਦੇ ਵਿੱਚ ਵੀ, ਆਕਾਸ਼ ਦੇ ਵਿੱਚ ਵੀ, ਤੇ ਸਾਧ ਸੰਗੀ ਇਸੇ ਤਰ੍ਹਾਂ ਦੇ ਨਾਲ ਵਣਾਂ ਦੇ ਵਿੱਚ ਵੀ, ਬਨਸਪਤੀ ਵਿੱਚ ਵੀ, ਸਾਰੇ ਪਾਸੇ ਉਹ ਪਰਮੇਸ਼ਰ
ਰਵਿਆ ਹੋਇਆ ਹੈ, ਉਹ ਕਿਉਂ ਨਹੀਂ ਤੈਨੂੰ ਚੇਤਾ ਆਉਂਦਾ? ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁਖ ਗਣਾ। ਮਹਾਰਾਜ ਕਹਿੰਦੇ ਜਿਹੜੇ ਸਾਰੇ ਪਾਸੇ ਤੇਰੇ ਨਾਲ ਹੈ, ਸਾਰੇ ਪਾਸੇ ਤੇਰੇ ਦਿਸ ਰਿਹਾ, ਉੱਪਰ ਵੀ ਥੱਲੇ ਵੀ ਅੱਗੇ ਵੀ ਪਿੱਛੇ ਵੀ, ਤੇ ਸਾਰਾ ਕੋਈ ਤੈਨੂੰ ਬਖਸ਼ਿਸ਼ ਕਰ ਰਿਹਾ। ਸੋ ਪ੍ਰਭ ਚੇਤਨ ਆਵੇ, ਕਹਿੰਦੇ ਫਿਰ ਵੀ ਤੈਨੂੰ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਜੇ ਚੇਤਾ ਨਹੀਂ ਆਉਂਦਾ, ਕਿਤੜਾ ਦੁੱਖ ਗਣਾ, ਕਹਿੰਦੇ ਕਿੰਨਾ ਕੁ ਤੈਨੂੰ ਦੁੱਖ ਜਿਹੜਾ ਹੈ ਉਹ ਗਿਣ ਕਰਕੇ ਦੱਸਣਾ ਕਰੀਏ ਕਿ ਕਿੰਨਾ ਕੁ ਵੱਡਾ ਦੁੱਖ ਹੈ। ਕਿਉਂਕਿ ਸਾਧ ਸੰਗਤ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। 4 ਤਰ੍ਹਾਂ ਦਾ ਦੁੱਖ ਮਹਾਰਾਜ ਸੱਚੇ ਪਾਤਸ਼ਾਹ ਨੇ ਗਿਣਿਆ। ਉਹਦੇ ਵਿੱਚ ਕਹਿੰਦੇ ਵੀ ਬਹੁਤਾ ਭਾਰੀ ਦੁੱਖ ਹੈ। ਇੱਕ ਦੁੱਖ ਰਾਮ ਰਾਏ ਕਾਟੂ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਕਬੀਰ ਸਾਹਿਬ ਜੀ ਕਹਿੰਦੇ ਇੱਕ ਤੇ ਮਹਾਰਾਜ ਇਹ ਦੁੱਖ ਮੇਰਾ ਕੱਟ ਦਿਓਗੇ, ਇੱਕ ਤੇ ਜਨਮ ਲੈਨੇ ਆ ਤੇ ਫਿਰ ਗਰਭ ਦਹੈ, ਅਗਨ ਦਹੈ ਅਰ ਗਰਭ ਬਸੇਰਾ। ਅਗਨ ਦੇ ਨਾਲ ਕਹਿੰਦੇ ਮਹਾਰਾਜ ਜਦੋਂ ਫਿਰ ਚੜ੍ਹਾਈ ਕਰਦੇ ਨੇ ਉਹ ਅੱਗ ਦੇ ਨਾਲ ਸਰੀਰ ਨੂੰ ਸਾੜ ਦਿੰਦੇ ਆ। ਇਹ ਮਹਾਰਾਜ ਮੇਰਾ ਰੋਗ ਕੱਟ ਦਿਓ। ਕਿੰਨਾ ਕੁ ਵੱਡਾ ਭਾਰੀ ਇਹਦਾ ਦੁੱਖ ਸਾਧ ਸੰਗਤ ਜੀ ਗਿਣਿਆ ਜਾਂਦਾ। ਜਿਸ ਤਰ੍ਹਾਂ ਕਹਿੰਦੇ ਇੱਕ ਜਿਹੜਾ ਬਿੱਛੂ ਹੁੰਦਾ ਨਾ, ਬਿੱਛੂ ਉਹ ਜਦੋਂ ਡੰਗ ਮਾਰਦਾ, ਐਸਾ ਵੱਡਾ ਭਾਰੀ ਜ਼ਹਿਰੀਲਾ ਡੰਗ ਮਾਰਦਾ, ਪੱਥਰ ਨੂੰ ਵੀ ਪਾੜ ਦਿੰਦਾ ਕਈ ਵਾਰ। ਕਹਿੰਦੇ ਐਸਾ ਜਿਹੜਾ ਬਿੱਛੂ ਹੈ ਬਹੁਤ ਭਾਰੀ ਜ਼ਹਿਰ ਵਾਲਾ, 70,000 ਬਿੱਛੂ ਇਕੱਠਾ ਡੰਗ ਮਾਰੇ ਉਹਨਾਂ ਮੌਤ ਦਾ ਦੁੱਖ ਗਿਣਿਆ ਜਾਂਦਾ ਹੈ। ਨਾ ਕਹਿੰਦੇ 100 ਵਾਰ ਤਲਵਾਰ ਦਾ ਇਕੱਠਾ ਕੀਤਾ ਜਾਵੇ ਤਾਂ ਇਹਨਾਂ ਦੁੱਖ ਜਿਹੜਾ ਹੈ ਉਹ ਮੌਤ ਦਾ ਹੈ। ਪਰ ਸਾਧ ਸੰਗਤ ਜਿਹੜੇ ਗਿਆਨਵਾਨ ਨੇ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ, ਉਹਨਾਂ ਨੂੰ ਇਹ ਦੁੱਖ ਪ੍ਰਾਪਤ ਨਹੀਂ ਹੁੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿੰਨਾ ਕੁ ਦੁੱਖ ਤੈਨੂੰ ਜਿਹੜਾ ਹੈ ਉਹ ਗਿਣ ਕਰਕੇ ਦੱਸਣਾ ਕਰੀਏ। ਸੋ ਪ੍ਰਭ ਚੇਤਨ ਆਵੇ, ਕਹਿੰਦੇ ਜੇ ਉਹ ਪਰਮੇਸ਼ਰ ਵਾਹਿਗੁਰੂ ਚੇਤ ਨਹੀਂ ਆਉਂਦਾ ਤਾਂ ਕਿੱਡਾ ਕੁ ਵੱਡਾ ਦੁੱਖ ਤੈਨੂੰ ਪ੍ਰਾਪਤ ਹੋ ਜਾਏਗਾ। ਇਹ ਕੀ ਗਿਣ ਕਰਕੇ ਕਿਵੇਂ ਦੱਸਣਾ ਕਰੀਏ? ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਸੋ ਜਿਨ੍ਹਾਂ ਨੇ ਪਰਮੇਸ਼ਰ ਪਿਆਰੇ ਨੂੰ ਰਾਵਿਆ ਹੈ, ਜਿਨ੍ਹਾਂ ਪਰਮੇਸ਼ਰ ਨੂੰ ਜਪਿਆ, ਜਿਨ੍ਹਾਂ ਨੇ ਉਹਦੀ ਪ੍ਰਾਪਤੀ ਕਰ ਲਈ ਹੈ, ਤਿੰਨਾ ਭਾਗ ਬਣਾ। ਉਹਨਾਂ ਨੇ ਕਹਿੰਦੇ ਬਹੁਤੇ ਵੱਡੇ ਭਾਗ ਹਨ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਮਨੋਰਥ ਦੱਸਦੇ ਆ ਆਪਣਾ ਕਿ ਮਨੋਰਥ ਕੀ ਹੈ ਸਾਡਾ? ਦਰਸ਼ਨਾਂ ਦਾ। ਹਰ ਦਰਸ਼ਨ ਕਉ ਮਨ ਲੋਚਦਾ, ਕਹਿੰਦੇ ਮਹਾਰਾਜ ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਦਰਸ਼ਨ ਕਰਨ ਨੂੰ ਮਨ ਲੋਚਦਾ ਹੈ, ਮਨ ਦੇ ਵਿੱਚ ਚਾਹਨਾ ਹੈ। ਨਾਨਕ ਪਿਆਸ ਮਨਾ, ਮਨ ਦੇ ਵਿੱਚ ਬਹੁਤ ਭਾਰੀ ਪਿਆਸ ਲੱਗੀ ਹੋਈ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਚੇਤ ਮਹੀਨੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਚੇਤ ਮਿਲਾਏ ਸੋ ਪ੍ਰਭੂ, ਕਹਿੰਦੇ ਜਿਹੜਾ ਪਰਮੇਸ਼ਰ ਵਾਹਿਗੁਰੂ ਪ੍ਰਭੂ ਜੀ ਦੇ ਨਾਲ ਮਿਲਾ ਦੇਵੇ, ਤਿਸ ਕੈ ਪਾਏ ਲੱਗਾ, ਕਹਿੰਦੇ ਉਹਦੇ ਪੈਰ ਹੀ ਲੱਗ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਸਾਧ ਸੰਗਤ ਜੀ ਲੱਗਣਾ ਕਰੀਏ। ਜਿਨ੍ਹਾਂ ਨੇ ਪਰਮੇਸ਼ਰ ਨੂੰ ਮਿਲਾਉਣਾ ਹੈ ਸਾਨੂੰ, ਤਾਂ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਹੀ ਸਰੂਪ ਪਰਮੇਸ਼ਰ ਦਾ, ਆਪ ਨਾਰਾਇਣ ਕਲਾ ਧਰ ਜਗ ਮੈਂ ਪ੍ਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਤਾਂ ਆਪ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਹਨ। ਮਹਾਰਾਜ ਕਿਰਪਾ ਕਰਦੇ ਚੇਤ ਮਿਲਾਏ ਸੋ ਪ੍ਰਭੂ, ਜਿਹੜਾ ਚੇਤ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਕਰਦੇ, ਮਿਲਾ ਦੇਵੇ ਪ੍ਰਭੂ ਪਰਮੇਸ਼ਰ ਨਾਲ, ਤਿਸ ਕੈ ਪਾਏ ਲੱਗਾ, ਉਹਦਾ ਬਹੁਤਾ ਵੱਡਾ ਭਾਰੀ ਸਤਿਕਾਰ ਕਰਾਂ, ਉਹਦੇ ਚਰਨਾਂ ਨਾਲ ਲੱਗ ਜਾਵਾਂ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਕਿ ਭਾਈ ਕਿਸੇ ਤਰ੍ਹਾਂ ਦੇ ਨਾਲ ਵੀ ਕੀਤੇ ਹੋਏ ਕਰਮਾਂ ਕਰਕੇ ਅਸੀਂ ਪਰਮੇਸ਼ਰ ਨਾਲ ਨਹੀਂ ਮਿਲ ਸਕਦੇ। ਇਹ ਤਾਂ ਉਹਦੀ ਬਖਸ਼ਿਸ਼ ਨਾਲ ਹੀ ਮਿਲਿਆ ਜਾ ਸਕਦਾ ਹੈ। ਤੇ ਸਭ ਤੋਂ ਪਹਿਲਾਂ ਸਾਨੂੰ ਕਿੱਥੋਂ ਸ਼ੁਰੂ ਕਰਨਾ ਪਏਗਾ? ਰਸਨਾ ਨਾਮ ਪਣਾ, ਰਸਨਾ ਨਾਲ ਨਾਮ ਜਪ ਕਰਕੇ, ਸਾਧ ਸੰਗਤ ਵਿੱਚ ਬੈਠ ਕਰਕੇ, ਸੇਵਾ ਕਰਕੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਪਏਗੀ। ਸੋ ਇੱਥੋਂ ਸਾਡੀ ਬਖਸ਼ਿਸ਼ ਦਾ ਜਿਹੜਾ ਸਾਧ ਸੰਗਤ ਜੀ ਇਹ ਸਿਲਸਿਲਾ ਸਤਿਗੁਰੂ ਜੀ ਦਾ ਤੁਰੇਗਾ। ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਣ ਕਰਕੇ ਬੈਠ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੀ ਬਾਣੀ ਨਾਲ ਜੁੜੀਏ।
ਬੋਲਦਿਆਂ ਹੋਇਆਂ ਸਤਿਗੁਰੂ ਜੀ ਦੇ ਦਰਬਾਰ ਅੰਦਰ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਤਥਾ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਨਵੇਂ ਸਾਲ ਦੀਆਂ। ਸਰਬੱਤ ਸੰਗਤਾਂ ਦਾ ਧੰਨਵਾਦ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।